ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਣੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 10ਵੀਂ ਕਲਾਸ ਦਾ ਗਣਿਤ ਦਾ 8ਵਾਂ ਅਧਿਆਇ ਹੈ ਤਿਕੋਣਮਿਤੀ ਬਾਰੇ ਜਾਣ ਪਛਾਣ ਜਾਂ ਇੰਟਰੋਡਕਸ਼ਨ ਟੂ ਟ੍ਰਿਗਨੋਮੈਟਰੀ। ਉਹਦੇ ਵਿੱਚ ਲਾਸਟ ਲੈਕਚਰ ਦੇ ਵਿੱਚ ਅਸੀਂ ਪੂਰਕ ਕੋਣਾਂ ਦੇ ਤਿਕੋਣਮਿਤੀ ਅਨੁਪਾਤਾਂ ਦੇ ਬਾਰੇ ਪੜ੍ਹਿਆ ਸੀ। ਟ੍ਰਿਗਨੋਮੈਟ੍ਰਿਕ ਰੇਸ਼ੀਓਜ਼ ਆਫ ਕੰਪਲੀਮੈਂਟਰੀ ਐਂਗਲਸ ਉਹਦੇ ਨਾਲ ਸੰਬੰਧਿਤ ਸਵਾਲ ਵੀ ਆਪਾਂ ਪਿਛਲੇ ਅਭਿਆਸ ਦੇ ਜਿਹੜੇ ਹੱਲ ਕੀਤੇ ਸਨ। ਅੱਜ ਦੇ ਇਸ ਲੈਸਨ ਵਿੱਚ ਅਸੀਂ ਤਿਕੋਣਮਿਤੀ ਤਤ ਸਮਕਾਂ ਦੇ ਬਾਰੇ ਪੜਾਂਗੇ ਜਾਂ ਤਿਕੋਣਮਿਤੀ ਸਰਬਸਮਤਾ ਜਾਂ ਇਹਨਾਂ ਨੂੰ ਅਸੀਂ ਟ੍ਰਿਗਨੋਮੈਟ੍ਰਿਕ ਆਇਡੈਂਟੀਟੀਜ਼ ਬੋਲਦੇ ਹਾਂ। ਤਤ ਸਮਕ ਜਾਂ ਸਰਬਸਮਤਾ ਇੱਕ ਇਹੋ ਜਿਹੀ ਸਮੀਕਰਨ ਹੁੰਦੀ ਹੈ ਜਿਹਦੇ ਵਿੱਚ ਜਿਹੜਾ ਵੀ ਸਾਡੇ ਕੋਲ ਸੰਬੰਧਿਤ ਚੱਲ ਹੋਵੇ ਉਸ ਚੱਲ ਦੇ ਸਾਰੇ ਮੁੱਲਾਂ ਲਈ ਜੇਕਰ ਸਮੀਕਰਨ ਸੱਚ ਹੈ ਤਾਂ ਉਹਨੂੰ ਅਸੀਂ ਉਸ ਸਮੀਕਰਨ ਨੂੰ ਤਤ ਸਮਕ ਜਾਂ ਸਰਬਸਮਤਾ ਜਾਂ ਆਇਡੈਂਟੀਟੀ ਜਿਹੜਾ ਉਹਨੂੰ ਆਪਾਂ ਫਿਰ ਕਹਿੰਦੇ ਹਾਂ। ਠੀਕ ਹੈ, ਤੋ ਇਸੇ ਢੰਗ ਦੇ ਨਾਲ ਟ੍ਰਿਗਨੋਮੈਟਰੀ ਦੇ ਵਿੱਚ ਤਿਕੋਣਮਿਤੀ ਦੇ ਵਿੱਚ ਜੇਕਰ ਕੋਣ ਦੇ ਨਾਲ ਸੰਬੰਧਿਤ ਜਿਹੜੇ ਸਾਡੇ ਕੋਲ ਤਿਕੋਣਮਿਤੀ ਅਨੁਪਾਤ ਨੇ ਉਹ ਅਨੁਪਾਤਾਂ ਦੇ ਵਿੱਚ ਕੋਈ ਸਮੀਕਰਨ ਸਾਡੇ ਕੋਲ ਬਣਦੀ ਹੈ, ਕੋਈ ਤਤਸਮਕ ਬਣਦੀ ਹੈ, ਕੋਈ ਸਰਬਸਮਤਾ ਬਣਦੀ ਹੈ ਤਾਂ ਉਸ ਸਰਬਸਮਤਾ ਨੂੰ ਅਸੀਂ ਟ੍ਰਿਗਨੋਮੈਟ੍ਰਿਕ ਆਇਡੈਂਟੀਟੀ ਜਾਂ ਤਿਕੋਣਮਿਤੀ ਸਰਬਸਮਤਾ ਜਾਂ ਤਿਕੋਣਮਿਤੀ ਤਤਸਮਕ ਕਹਿੰਦੇ ਹਾਂ। ਠੀਕ ਹੈ, ਤੋ ਅੱਜ ਦੇ ਇਸ ਲੈਸਨ ਵਿੱਚ ਅਸੀਂ ਤਿੰਨ ਤਿਕੋਣਮਿਤੀ ਤਤਸਮਕਾਂ ਦੇ ਬਾਰੇ ਜਾਣਾਂਗੇ, ਉਹਨਾਂ ਨੂੰ ਡਰਾਈਵ ਕਰਾਂਗੇ, ਉਹਨਾਂ ਨੂੰ ਬਣਾਵਾਂਗੇ। ਠੀਕ ਹੈ, ਤੋ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਆਉਣ ਵਾਲੇ ਲੈਕਚਰਸ ਦੇ ਵਿੱਚ ਅਸੀਂ ਉਹਨਾਂ ਦੀ ਵਰਤੋਂ ਜਿਹੜੀ ਸਵਾਲਾਂ ਨੂੰ ਹੱਲ ਕਰਨ ਦੇ ਲਈ ਵੀ ਕਰਾਂਗੇ। ਤੋ ਬਹੁਤ ਹੀ ਮਹੱਤਵਪੂਰਨ ਲੈਸਨ ਹੈ ਅੱਜ ਦਾ ਤੇ ਮੈਨੂੰ ਉਮੀਦ ਹੈ ਕਿ ਤੁਸੀਂ ਨੋਟਬੁੱਕ ਤੇ ਪੈਨ ਵਗੈਰਾ ਆਪਣੇ ਕੋਲ ਜ਼ਰੂਰ ਲੈ ਲਏ ਹੋਣਗੇ ਤਾਂ ਕਿ ਹਰ ਦੱਸੀ ਜਾਂਦੀ ਜਾਣਕਾਰੀ ਨੂੰ ਨੋਟ ਵੀ ਕਰ ਸਕੋ। ਠੀਕ ਹੈ ਸਟੂਡੈਂਟਸ, ਤੋ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਲੈਸਨ। ਸੋ ਇਹ ਜਿਹੜੀਆਂ ਤਿੰਨੋਂ ਸਰਬਸਮਤਾਵਾਂ ਸਾਡੇ ਕੋਲ ਅਸੀਂ ਕਰਨ ਜਾ ਰਹੇ ਹਾਂ, ਇਹਦੇ ਵਿੱਚ ਪਹਿਲੀ ਸਰਬਸਮਤਾ ਜਿਹੜੀ ਸਾਡੇ ਕੋਲ ਹੈ ਸਾਈਨ ਸਕੁਆਇਰ ਏ ਜਮਾ cos ਸਕੁਆਇਰ ਏ ਬਰਾਬਰ 1। ਦੂਜੀ ਸਰਬਸਮਤਾ ਸਾਡੇ ਕੋਲ ਹੈ 1 ਜਮਾ tan ਸਕੁਆਇਰ ਏ ਬਰਾਬਰ secant ਸਕੁਆਇਰ ਏ। ਤੀਜੀ ਸਰਬਸਮਤਾ ਸਾਡੇ ਕੋਲ ਹੈ cot ਸਕੁਆਇਰ ਏ ਜਮਾ 1 ਬਰਾਬਰ cosecant ਸਕੁਆਇਰ ਏ। ਠੀਕ ਹੈ, तो एक एक करके ਇਹਨਾਂ ਨੂੰ ਅਸੀਂ ਕਿਵੇਂ ਪਾਇਥਾਗੋਰਸ ਦੇ ਸੂਤਰ ਤੋਂ ਬਣਾਉਣਾ ਹੈ ਉਹ ਅਸੀਂ ਦੇਖਦੇ ਹਾਂ। ਠੀਕ ਹੈ, तो ਸਭ ਤੋਂ ਪਹਿਲਾਂ ਅਸੀਂ ਇੱਕ ਸਮਕੋਣੀ ਤ੍ਰਿਭੁਜ ਜਿਹੜੀ ਬਣਾ ਲੈਂਦੇ ਹਾਂ। ਮੰਨ ਲਓ ਇਹ ਸਾਡੇ ਕੋਲ ਇੱਕ ABC ਸਮਕੋਣੀ ਤ੍ਰਿਭੁਜ ਹੈ। तो ਇਹ ਸਾਡੇ ਕੋਲ ABC ਤ੍ਰਿਭੁਜ ਹੈ। B ਦੇ ਉੱਤੇ 90 ਡਿਗਰੀ ਦਾ ਕੋਣ ਸਮਕੋਣ ਬਣ ਰਿਹਾ ਹੈ। ਇਹ ਸਾਡੇ ਕੋਲ ਜਿਹੜਾ ਨਿਊਨ ਕੋਣ ਹੈ ਇਸ ਤ੍ਰਿਭੁਜ ਦੇ ਵਿੱਚ। ਠੀਕ ਹੈ, ਤੋ ਜਿਹੜਾ ਵੀ ਨਿਊਨ ਕੋਣ ਅਸੀਂ ਤ੍ਰਿਭੁਜ ਦੇ ਵਿੱਚ ਕੰਸੀਡਰ ਕਰਨਾ ਹੁੰਦਾ ਉਹਦੇ ਸਾਹਮਣੇ ਵਾਲੀ ਜਿਹੜੀ ਭੁਜਾ ਨੂੰ ਅਸੀਂ ਲੰਬ ਜਿਹੜਾ ਮੰਨ ਕੇ ਚੱਲਾਂਗੇ ਤੇ ਇਹਦੇ ਲਾਗਵੀਂ ਜਿਹੜੀ ਭੁਜਾ ਹੈ ਉਹ ਸਾਡੇ ਕੋਲ ਇਸ ਤ੍ਰਿਭੁਜ ਦੇ ਵਿੱਚ ਜਿਹੜਾ ਆਧਾਰ ਹੋਏਗੀ। ਠੀਕ ਹੈ, ਔਰ ਇਹ ਸਾਡੇ ਕੋਲ ਸਮਕੋਣ ਦੇ ਸਾਹਮਣੇ ਵਾਲੀ ਜਿਹੜੀ ਭੁਜਾ ਹੈ ਇਹ ਸਾਡੇ ਕੋਲ ਇਹਨੂੰ ਅਸੀਂ ਕਰਨ ਕਹਿੰਦੇ ਹਾਂ। ਠੀਕ ਹੈ, ਤੋ ਸ਼ੁਰੂ ਕਰਦੇ ਹਾਂ ਅਸੀਂ। तो मान लो त्रिभुज ABC जी साडे कोल एक समकोणी त्रिभुज है। त्रिभुज ABC एक समकोणी त्रिभुज है जिस विच कोण B बराबर 90 डिग्री है। ठीक है, B कोण जड़ा साडे कोल इहदे विच 90 डिग्री है। तो पाइथागोरस थ्योरम के अनुसार पाइथागोरस थ्योरम के अनुसार या पाइथागोरस प्रमेय के अनुसार साडे कोल एक फार्मूला हुंदा जिन्हों असीं पाइथागोरस दा सूत्र कहने आ। साडे कोल करण दा वर्ग बराबर आधार दा वर्ग जमा लब दा वर्ग। तो वो साडे कोल करण साडे कोल इहदे च AC है या आधार साडे कोल AB है ते लंब जिहड़ा साडे कोल BC है। तो इन्हां दोनों दे वर्गां दा जिहड़ा जोड़ है वो करण दे वर्ग दे बराबर होएगा। तो इहदे अनुसार ये साडे कोल बन जांदा है AB दा वर्ग जमा BC दा वर्ग बराबर AC दा वर्ग। भाव आधार दा वर्ग जमा लंब दा वर्ग बराबर करण दा वर्ग। ठीक है, इहनूं असीं समीकरण 1 ਮੰਨ ਲੈਂਦੇ ਹਾਂ। तो ये जिहड़ा साडे कोल फार्मूला है पाइथागोरस दा इहदे तो हुण असीं तीनों त्रिकोणमिति जिहड़ियां साडे कोल तत्समक ने सर्वसमतावां ने वो असीं सिद्ध करांगे। ठीक है, किवें? सब तो पहला ए पार्ट 1 ਨੂੰ
ਦੋਨੋਂ ਪਾਸੇ AC ਸਕੁਆਇਰ ਦੇ ਨਾਲ AC ਦੇ ਵਰਗ ਦੇ ਨਾਲ ਅਸੀਂ ਭਾਗ ਕਰਾਂਗੇ। 1 ਨੂੰ ਦੋਨੋਂ ਪਾਸੇ AC ਸਕੁਆਇਰ ਨਾਲ ਭਾਗ ਕਰੋ। तो ਜਦੋਂ ਅਸੀਂ ਭਾਗ ਕਰਾਂਗੇ ਸਾਡੇ ਕੋਲ ਬਣ ਜਾਏਗਾ AB ਦਾ ਵਰਗ ਜਮਾ BC ਦਾ ਵਰਗ ਬਟਾ AC ਦਾ ਵਰਗ। ਇसी तरह दूसरी साइड ਸਾਡੇ ਕੋਲ ਆ ਜਾਏਗਾ ਸੱਜੇ ਪਾਸੇ AC ਦਾ ਵਰਗ ਬਟਾ AC ਦਾ ਵਰਗ। ਠੀਕ ਹੈ, तो ਹੁਣ ਖੱਬੇ ਪਾਸੇ ਅਸੀਂ ਦੋਨੋਂ ਜਿਹੜੇ ਆ ਸਾਡੇ ਕੋਲ ਟਰਮਸ ਨੇ AB ਤੇ BC ਦੋਨਾਂ ਨੂੰ ਹੀ ਅਸੀਂ AC ਦੇ ਨਾਲ ਇੱਕ ਇੱਕ ਕਰਕੇ ਭਾਗ ਕਰਾਂਗੇ। तो ਇਹ ਸਾਡੇ ਕੋਲ ਬਣ ਜਾਏਗਾ AB ਦਾ ਵਰਗ ਬਟਾ AC ਦਾ ਵਰਗ ਜਮਾ BC ਦਾ ਵਰਗ ਬਟਾ AC ਦਾ ਵਰਗ ਬਰਾਬਰ ਇਹ ਸਾਡੇ ਕੋਲ ਸੱਜੇ ਪਾਸੇ AC ਦਾ ਵਰਗ AC ਦਾ ਵਰਗ ਇਹ ਦੋਨੋਂ ਕੱਟੇ ਜਾਣਗੇ ਤੇ ਇੱਥੇ ਸਾਡੇ ਕੋਲ ਬਰਾਬਰ 1 ਦੇ ਆ ਜਾਏਗਾ। ਠੀਕ ਹੈ, ਤੇ ਹੁਣ ਅੱਗੇ ਅਸੀਂ ਇਹਨੂੰ ਲਿਖ ਸਕਦੇ ਹਾਂ ਜਿਵੇਂ AB ਦਾ ਵਰਗ ਹੈ AC ਦਾ ਵਰਗ ਹੈ तो ਇਹਨੂੰ ਅਸੀਂ AB ਬਟਾ AC ਦਾ ਵਰਗ ਲਿਖ ਸਕਦੇ ਹਾਂ। AB ਬਟਾ AC ਦਾ ਵਰਗ ਜਮਾ BC ਬਟਾ AC ਦਾ ਵਰਗ बराबर 1। ठीक है, तो ਇਹ ਸਾਡੇ ਕੋਲ AB ਤੇ AC ਦੇ ਅਨੁਪਾਤ ਦਾ ਸਕੁਆਇਰ ਹੋ ਗਿਆ BC ਤੇ AC ਦੇ ਅਨੁਪਾਤ ਦਾ ਸਕੁਆਇਰ ਹੋ ਗਿਆ। ਹੁਣ ਜੇਕਰ ਅਸੀਂ ਤ੍ਰਿਭੁਜ ਦੇ ਵਿੱਚ ਦੇਖੀਏ तो AB ਸਾਡੇ ਕੋਲ ਆਧਾਰ ਹੈ ਤੇ AC ਸਾਡੇ ਕੋਲ ਕਰਨ ਹੈ। तो ਆਧਾਰ ਬਟਾ ਕਰਨ AB ਬਟਾ AC ਇਹਦੀ ਕੀਮਤ ਸਾਡੇ ਕੋਲ ਹੁੰਦੀ ਹੈ cos A ਦੇ ਬਰਾਬਰ। ਠੀਕ ਹੈ, तो AB ਬਟਾ AC ਸਾਡੇ ਕੋਲ cos A ਬਣ ਜਾਏਗਾ। ਇਸੇ ਢੰਗ ਦੇ ਨਾਲ ਜਿਹੜਾ BC ਬਟਾ AC ਹੈ ਸਾਡੇ ਕੋਲ ਇਹ ਲੰਬ ਬਟਾ ਕਰਨ ਹੈ तो ਇਹਨੂੰ ਅਸੀਂ sin A ਜਿਹੜਾ ਲਿਖ ਸਕਦੇ ਹਾਂ। ਠੀਕ ਹੈ, तो ये ਸਾਡੇ ਕੋਲ ਬਣ ਜਾਏਗਾ cos स्क्वायर A जमा BC बटा AC ਸਾਡੇ ਕੋਲ ਬਣੇਗਾ sin स्क्वायर A बराबर 1 ਦੇ। ठीक है, तो ਇਸ ਸਮੀਕਰਨ ਨੂੰ ਅਸੀਂ ਲਿਖ ਲੈਂਦੇ ਆ sin स्क्वायर A जमा cos स्क्वायर A बराबर 1। ठीक है, ਇਹ ਜਿਹੜੀ ਸਮੀਕਰਨ ਹੈ ਇਹ ਸਾਡੇ ਕੋਲ A ਦੇ ਹਰ ਉਹ ਮੁੱਲ ਦੇ ਲਈ ਸੱਚ ਹੈ ਜਿਹੜਾ 0 ਤੋਂ 90 ਡਿਗਰੀ ਹੈ। ਇਸ ਲਈ ਇਹਨੂੰ ਅਸੀਂ ਤਤਸਮਕ ਜਾਂ ਸਰਬਸੰਮਤਾ त्रिकोणमितीय सर्वसमता कहते हैं। ठीक है, इत्थे ਅਸੀਂ ਲਿਖ ਦਿੰਦੇ ਆ A हर उस A ਦੇ ਲਈ हर उस A ਦੇ ਮੁੱਲ ਲਈ सच है जिथे ਜਿਹੜੀ A ਦੀ ਕੀਮਤ ਹੈ ਉਹ 0 ਡਿਗਰੀ ਜਾਂ 0 ਡਿਗਰੀ ਤੋਂ ਵੱਡੀ ਹੈ ਤੇ 90 ਡਿਗਰੀ ਜਾਂ 90 ਡਿਗਰੀ ਤੋਂ ਛੋਟੀ ਹੈ। ਭਾਵ 0 ਡਿਗਰੀ ਤੋਂ ਲੈ ਕੇ 90 ਡਿਗਰੀ ਤੱਕ ਹਰ ਇੱਕ ਕੋਣ ਦੇ ਲਈ ਇਹ ਜਿਹੜਾ ਤਤਸਮਕ ਹੈ ਉਹ ਸਾਡੇ ਕੋਲ ਸੱਚ ਹੈ। ਠੀਕ ਹੈ, ਇਹਨੂੰ ਅਸੀਂ 2 ਮਾਰਕ ਕਰ ਲੈਂਦੇ ਆ। ਇਸ ਲਈ 2 ਇੱਕ त्रिकोणमितीय तत्समक है। त्रिकोणमितीय तत्समक है या ट्रिग्नोमेट्रिक आइडेंटिटी है या त्रिकोणमितीय सर्वसमता है। ठीक है, तो इस समता ਨੂੰ ਇਸ ਸਰਬਸਮਤਾ ਨੂੰ ਅਸੀਂ ਯਾਦ ਵੀ ਰੱਖਣਾ ਹੈ। ਬਹੁਤ ਸਾਰੇ ਸਵਾਲਾਂ ਦੇ ਵਿੱਚ ਇਹਦੀ ਜਿਹੜੀ ਵਰਤੋਂ ਤੁਸੀਂ ਕਰੋਗੇ। तो इस ਸਰਬਸਮਤਾ ਦੇ ਵਿੱਚੋਂ ਅਸੀਂ ਇਹ ਦੋ ਨਤੀਜੇ ਹੋਰ ਲਿਖ ਸਕਦੇ ਹਾਂ। ਜਿਵੇਂ ਸਾਨੂੰ ਜ਼ਰੂਰਤ ਪੈਂਦੀ ਹੈ ਤਾਂ ਅਸੀਂ sin ਸਕੁਆਇਰ A ਦੀ ਕੀਮਤ ਜਿਹੜੀ ਹੈ ਉਹ 1 ਮਾਈਨਸ cos ਸਕੁਆਇਰ A ਜਿਹੜੀ ਭਰ ਸਕਦੇ ਹਾਂ। ਠੀਕ ਹੈ, ਜਾਂ ਅਗਰ ਸਾਨੂੰ cos ਸਕੁਆਇਰ A ਦੀ ਕੀਮਤ ਦੀ ਕਿਤੇ ਜ਼ਰੂਰਤ ਪੈਂਦੀ ਹੈ ਤਾਂ ਇਹਨੂੰ ਅਸੀਂ ਅਗਰ sin ਦੇ ਵਿੱਚ ਲਿਖਣਾ ਹੋਵੇ ਤਾਂ cos ਸਕੁਆਇਰ A ਨੂੰ 1 ਮਾਈਨਸ sin ਸਕੁਆਇਰ A ਅਸੀਂ ਲਿਖ ਸਕਦੇ ਹਾਂ। ਠੀਕ ਹੈ, तो ਇਹ ਰੂਪ ਵੀ ਤੁਸੀਂ ਜਿਹੜੇ ਯਾਦ ਰੱਖਣੇ ਨੇ। ठीक है बच्चों, तो इस तो बाद असी गल करांगे हुण इस तो अगली त्रिकोणमितीय सर्वसमता ਦੇ ਬਾਰੇ। ਉਹਦੇ ਲਈ ਅਸੀਂ ਕੀ ਕਰਨਾ ਹੈ, ਇਹ ਸਾਡੇ ਕੋਲ ਜਿਹੜਾ ਇੱਕ ਸਮੀਕਰਨ ਹੈ ਪਾਇਥਾਗੋਰਸ ਦਾ ਫਾਰਮੂਲਾ ਹੈ ਇਹਨੂੰ ਅਸੀਂ ਦੋਨੋਂ ਪਾਸੇ ਪਹਿਲਾਂ ਅਸੀਂ AC ਦੇ ਨਾਲ ਜਿਹੜਾ ਭਾਗ ਕੀਤਾ ਸੀ ਹੁਣ ਅਸੀਂ ਇੱਕ ਨੂੰ AB ਦੇ ਨਾਲ ਦੋਨੋਂ ਪਾਸੇ ਭਾਗ ਕਰਾਂਗੇ। ਠੀਕ ਹੈ, ਤਾਂ ਇਹ ਸਾਡੇ ਕੋਲ ਕੀ ਬਣੇਗਾ, ਕਰਾਂਗੇ ਇੱਕ ਨੂੰ ਦੋਨੋਂ ਪਾਸੇ
AB ਸਕੁਆਇਰ ਨਾਲ ਭਾਗ ਕਰਨ ਤੇ। ਹਾਂਜੀ, तो समीकरण एक फार्मूले एक ਦੇ ਵਿੱਚ ਅਸੀਂ ਦੋਨੋਂ ਸਾਈਡ ਜਿਹੜਾ AB ਸਕੁਆਇਰ ਦੇ ਨਾਲ ਭਾਗ ਕਰਾਂਗੇ। AB ਸਕੁਆਇਰ ਪਲੱਸ BC ਸਕੁਆਇਰ ਵਟਾ AB ਸਕੁਆਇਰ ਬਰਾਬਰ AC ਸਕੁਆਇਰ ਵਟਾ AB ਸਕੁਆਇਰ। ਠੀਕ ਹੈ, ਸੋ ਖੱਬੇ ਪਾਸੇ ਸਾਡੇ ਕੋਲ AB ਦਾ ਵਰਗ ਵਟਾ AB ਦਾ ਵਰਗ ਆ ਜਾਏਗਾ, ਜਮਾ BC ਦਾ ਵਰਗ ਵਟਾ AB ਦਾ ਵਰਗ ਆ ਜਾਏਗਾ, ਬਰਾਬਰ AC ਦਾ ਵਰਗ ਵਟਾ AB ਦਾ ਵਰਗ। तो AB ਵਟਾ AB ਇਹ ਸਾਡੇ ਕੋਲ 1 ਬਣ ਜਾਂਦਾ ਹੈ, ਔਰ BC ਦਾ ਵਰਗ ਵਟਾ AB ਦਾ ਵਰਗ ਹੈ, ਇਹਨੂੰ ਅਸੀਂ BC ਵਟਾ AB ਇਸ ਅਨੁਪਾਤ ਦਾ ਵਰਗ ਲਿਖ ਸਕਦੇ ਹਾਂ। ਇਸੇ ਢੰਗ ਦੇ ਨਾਲ ਸੱਜੇ ਪਾਸੇ AC ਵਟਾ AB ਦੇ ਅਨੁਪਾਤ ਦਾ ਵਰਗ ਲਿਖ ਸਕਦੇ ਹਾਂ, AC ਅਤੇ AB ਦੇ ਅਨੁਪਾਤ ਦਾ ਵਰਗ ਲਿਖ ਸਕਦੇ ਹਾਂ। ਠੀਕ ਹੈ, ਸੋ ਤ੍ਰਿਭੁਜ ਵਿੱਚ ਅਸੀਂ ਦੇਖ ਸਕਦੇ ਹਾਂ BC ਵਟਾ AB ਇਹ ਸਾਡੇ ਕੋਲ ਲੰਬ ਵਟਾ ਆਧਾਰ ਹੈ। ਲੰਬ ਵਟਾ ਆਧਾਰ ਜਿਹੜਾ ਸਾਡੇ ਕੋਲ tan A ਦੇ ਬਰਾਬਰ ਹੁੰਦਾ ਹੈ, ਟੈਂਜੈਂਟ ਦੇ ਬਰਾਬਰ ਹੁੰਦਾ ਹੈ, ਤਾਂ ਇਹ ਸਾਡੇ ਕੋਲ ਬਣ ਜਾਏਗਾ 1 ਜਮਾ tan ਸਕੁਆਇਰ A। ਠੀਕ ਹੈ, ਔਰ AC ਵਟਾ AB ਇਹ ਸਾਡੇ ਕੋਲ secant A ਦੇ ਬਰਾਬਰ ਹੋਏਗਾ। ਠੀਕ ਹੈ, तो secant ਸਕੁਆਇਰ A। ਸੋ ਇਹਦੇ ਬਾਰੇ ਸਾਨੂੰ ਪਤਾ ਹੈ ਕਿ tan ਤੇ secant ਜਿਹੜੇ ਨੇ ਇਹ ਕੋਣ 90 ਡਿਗਰੀ ਦੇ ਲਈ ਪਰਿਭਾਸ਼ਿਤ ਨਹੀਂ ਹੁੰਦੇ, ਤਾਂ ਆਪਾਂ ਲਿਖ ਲਾਂਗੇ ਇੱਥੇ tan A ਅਤੇ secant A ਬਰਾਬਰ 90 ਡਿਗਰੀ ਦੇ ਲਈ ਪਰਿਭਾਸ਼ਿਤ ਨਹੀਂ ਹਨ ਦੇ ਲਈ ਪਰਿਭਾਸ਼ਿਤ ਨਹੀਂ ਹਨ। ਸੋ ਇੱਕ ਜਮਾ tan ਸਕੁਆਇਰ A ਬਰਾਬਰ secant ਸਕੁਆਇਰ A ਦੀਆਂ ਉਹਨਾਂ ਸਾਰੀਆਂ ਕੀਮਤਾਂ ਲਈ ਸੱਚ ਹੈ ਜਿੱਥੇ ਜਿਹੜਾ A ਹੈ ਸਾਡੇ ਕੋਲ 0 ਡਿਗਰੀ ਜਾਂ 0 ਡਿਗਰੀ ਤੋਂ ਜ਼ਿਆਦਾ ਪਰ 90 ਡਿਗਰੀ ਤੋਂ ਘੱਟ ਹੈ। ਠੀਕ ਹੈ, तो A ਦੀ ਕੀਮਤ ਜਿਹੜੀ ਸਾਡੇ ਕੋਲ 90 ਡਿਗਰੀ ਨਹੀਂ ਹੋ ਸਕਦੀ, ਕਿਉਂਕਿ 90 ਡਿਗਰੀ ਤੇ ਸਾਡੇ ਕੋਲ ਟੈਂਜੈਂਟ ਜਿਹੜਾ ਤੇ secant ਇਹ ਦੋਨੋਂ ਪਰਿਭਾਸ਼ਿਤ ਨਹੀਂ ਹੁੰਦੇ, ਡਿਫਾਈਨਡ ਨਹੀਂ ਹੁੰਦੇ। तो ਅਸੀਂ ਕਹਿ ਸਕਦੇ ਹਾਂ 0 ਡਿਗਰੀ ਤੋਂ 90 ਡਿਗਰੀ ਤੱਕ ਜਿੱਥੇ ਵੀ ਸਾਡੇ ਕੋਲ ਇਹ ਦੋਨੋਂ ਅਨੁਪਾਤ ਪਰਿਭਾਸ਼ਿਤ ਨੇ ਉੱਥੇ ਸਾਡੇ ਕੋਲ ਇਹ ਜਿਹੜੀ ਸਮੀਕਰਨ ਹੈ ਇਹ ਸੱਚ ਹੁੰਦੀ ਹੈ। ਠੀਕ ਹੈ, तो ਇਹਨੂੰ ਅਸੀਂ 3 ਮਾਰਕ ਕਰ ਲੈਂਦੇ ਹਾਂ। ਠੀਕ ਹੈ, तो ਜਿਵੇਂ ਅਸੀਂ ਪਹਿਲੀ ਸਰਬਸੰਮਤਾ ਦੇ ਵਿੱਚ ਇਹ ਦੇਖਿਆ ਸੀਗਾ ਕਿ ਇਸ ਸਰਬਸੰਮਤਾ ਨੂੰ ਹੋਰ ਕਿਵੇਂ ਲਿਖਿਆ ਜਾ ਸਕਦਾ ਹੈ। ਸੋ ਇਹ ਸਰਬਸੰਮਤਾ ਨੂੰ ਵੀ ਅਸੀਂ ਹੋਰ ਰੂਪਾਂ ਦੇ ਵਿੱਚ ਲਿਖ ਸਕਦੇ ਹਾਂ, ਜਿਵੇਂ ਇਹਦੇ ਵਿੱਚੋਂ ਅਸੀਂ tan ਸਕੁਆਇਰ ਦੀ ਕੀਮਤ ਜਿਹੜੀ ਉਹ ਲਿਖ ਸਕਦੇ ਹਾਂ। tan ਸਕੁਆਇਰ A ਬਰਾਬਰ ਸਾਡੇ ਕੋਲ secant ਸਕੁਆਇਰ A ਮਾਈਨਸ 1 ਦੇ ਬਰਾਬਰ ਹੁੰਦਾ ਹੈ। ਇਸ ਤੋਂ ਇਲਾਵਾ ਇਹਨੂੰ secant ਸਕੁਆਇਰ A ਮਾਈਨਸ tan ਸਕੁਆਇਰ A ਬਰਾਬਰ 1 ਇਸ ਰੂਪ ਵਿੱਚ ਵੀ ਲਿਖਿਆ ਜਾਂਦਾ ਹੈ। ਠੀਕ ਹੈ, तो ਸਵਾਲ ਦੇ ਅਨੁਸਾਰ ਜਿਵੇਂ ਦੀ ਸਾਨੂੰ ਲੋੜ ਹੋਏ ਉਸ ਢੰਗ ਦੇ ਨਾਲ ਅਸੀਂ ਇਸ ਸਰਬਸੰਮਤਾ ਨੂੰ ਵਰਤ ਸਕਦੇ ਹਾਂ। ਠੀਕ ਹੈ ਸਟੂਡੈਂਟਸ, तो ਇਹ ਸਾਡੇ ਕੋਲ ਦੂਜੀ ਸਰਬਸੰਮਤਾ ਸੀ। ਇਸ ਤੋਂ ਬਾਅਦ ਹੁਣ ਪਹਿਲੇ ਅਸੀਂ ਜਿਹੜਾ ਇੱਕ ਸਾਡੇ ਕੋਲ ਇਹ ਜਿਹੜਾ ਸਾਡੇ ਕੋਲ ਪਾਇਥਾਗੋਰਸ ਦਾ ਫਾਰਮੂਲਾ ਸੀ, ਇਹਦੇ ਵਿੱਚ ਸਭ ਤੋਂ ਪਹਿਲਾਂ ਅਸੀਂ ਇਹਨੂੰ AC ਦੇ ਵਰਗ ਦੇ ਨਾਲ ਭਾਗ ਕੀਤਾ, ਫਿਰ ਸਾਡੇ ਕੋਲ ਇੱਕ ਜਿਹੜੀ ਹੈ ਸਰਬਸੰਮਤਾ ਬਣੀ, ਫਿਰ AB ਦੇ ਨਾਲ ਦੋਨੋਂ ਪਾਸੇ ਭਾਗ ਕੀਤਾ, ਫਿਰ ਸਾਡੇ ਕੋਲ ਦੂਜੀ ਸਰਬਸੰਮਤਾ ਬਣੀ। ਸੋ ਹੁਣ ਤੀਜੀ ਸਰਬਸੰਮਤਾ ਬਣਾਉਣ ਦੇ ਲਈ ਅਸੀਂ ਇਸੇ ਹੀ ਸੂਤਰ ਨੂੰ BC ਦੇ ਨਾਲ ਦੋਨੋਂ ਪਾਸੇ ਭਾਗ ਕਰਾਂਗੇ। ਠੀਕ ਹੈ, तो ਆਓ ਦੇਖਦੇ ਹਾਂ ਇੱਕ ਨੂੰ ਦੋਨੋਂ ਪਾਸੇ BC ਸਕੁਆਇਰ ਦੇ ਨਾਲ ਭਾਗ ਕਰਨ ਉੱਤੇ। ਇੱਕ ਨੂੰ ਦੋਨੋਂ ਪਾਸੇ BC ਸਕੁਆਇਰ ਨਾਲ ਭਾਗ ਕਰਨ ਉੱਤੇ। ਇਸ ਸੂਤਰ ਨੂੰ ਅਸੀਂ ਦੋਨੋਂ ਪਾਸੇ BC ਦੇ ਵਰਗ ਦੇ ਨਾਲ ਭਾਗ ਕਰਾਂਗੇ।
ए बी स्क्वायर जमा बी सी स्क्वायर वटा बी सी स्क्वायर बराबर ए सी स्क्वायर वटा बी सी स्क्वायर। सो इस तो साढ़े कोल बन जाएगा ए बी स्क्वायर बटा बी सी स्क्वायर जमा बी सी स्क्वायर बटा बी सी स्क्वायर बराबर ए सी स्क्वायर बटा बी सी स्क्वायर। ठीक है, तो ए बी बटा बी सी इनू असी ए बी बटा बी सी दा स्क्वायर लिख सकते हैं और दूसरी जी टर्म है साढ़े कोल ਇਹਦੇ बी सी ਤੇ बी सी दोनों आपस ਜਿਹੜੇ ਕੱਟੇ ਜਾਣਗੇ ਸਾਡੇ ਕੋਲ ਇੱਕ ਆ ਜਾਏਗਾ। इसी तरह सज्जे पासे ਜਿਹੜਾ ਇਹ ਸਾਡੇ ਕੋਲ ए सी बटा बी सी ਦਾ ਵਰਗ ਲਿਖਿਆ ਜਾ ਸਕਦਾ ਹੈ। ठीक है, तो ਹੁਣ त्रिभुज ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜੀ ਸਾਡੇ ਕੋਲ ਭੁਜਾ AB ਹੈ ਇਹ ਸਾਡੇ ਕੋਲ ਆਧਾਰ ਹੈ ਤੇ BC ਭੁਜਾ ਇਹ ਸਾਡੇ ਕੋਲ ਲੰਬ ਹੈ। ਆਧਾਰ ਬਟਾ ਲੰਬ ਇਹ ਸਾਡੇ ਕੋਲ ਹੁੰਦਾ ਹੈ cot, तो ये AB बटा BC की जगह ते साढ़े कोल आ जाएगा cot A दा वर्ग। ठीक है, cot स्क्वायर A जमा एक AC बटा BC भाव कर्ण वटा लंब ये साढ़े कोल कोसिकेंट के बराबर है, तो ये बराबर साढ़े कोल आ जाएगा कोसिकेंट स्क्वायर A। ठीक है, तो ये जी साढ़े कोल इक्वेशन बनी है cot स्क्वायर A प्लस 1 इक्वल्स टू कोसिकेंट स्क्वायर A। तो ਇਹਦੇ ਵਿੱਚ ਸਾਡੇ ਕੋਲ ਜਿਹੜੇ cot ਤੇ ਕੋਸੀਕੈਂਟ ਨੇ ਇਹ ਦੋਨੋਂ ਹੀ a ਦੀ ਕੀਮਤ 0 ਡਿਗਰੀ ਦੇ ਉੱਤੇ ਪਰਿਭਾਸ਼ਿਤ ਨਹੀਂ ਹਨ। ਇੱਥੇ ਅਸੀਂ ਲਿਖ ਦਿਆਂਗੇ cot a ਅਤੇ ਕੋਸੀਕੈਂਟ a ਬਰਾਬਰ 0 ਡਿਗਰੀ ਦੇ ਲਈ ਪਰਿਭਾਸ਼ਿਤ ਨਹੀਂ ਹਨ। ਇਸ ਲਈ ਇਹਨੂੰ ਅਸੀਂ ਨੰਬਰ 4 ਮੰਨ ਲੈਂਦੇ ਹਾਂ। ਇਸ ਲਈ 4 A ਦੀਆਂ ਉਹਨਾਂ ਕੀਮਤਾਂ ਲਈ ਸੱਚ ਹੈ ਜੋ ਕਿਹੜੀਆਂ ਕੀਮਤਾਂ ਜਿਹੜੀਆਂ 0 ਡਿਗਰੀ ਤੋਂ ਵੱਡੀਆਂ, 0 ਡਿਗਰੀ ਦੇ ਬਰਾਬਰ ਨਹੀਂ 0 ਡਿਗਰੀ ਤੋਂ ਵੱਡੀਆਂ, 90 ਡਿਗਰੀ ਤੋਂ ਛੋਟੀਆਂ ਜਾਂ 90 ਡਿਗਰੀ ਦੇ ਬਰਾਬਰ ਹਨ। ठीक है, तो ਅਸੀਂ ਕਹਿ ਸਕਦੇ ਹਾਂ ਇਹ ਜਿਹੜਾ ਸਾਡੇ ਕੋਲ ਸਮੀਕਰਨ ਹੈ 0 ਡਿਗਰੀ ਤੋਂ 90 ਡਿਗਰੀ ਤੱਕ ਹਰ ਜਗ੍ਹਾ ਇਹ ਸੱਚ ਹੈ, ਪਰ 0 ਡਿਗਰੀ ਦੇ ਲਈ ਸੱਚ ਨਹੀਂ ਹੈ ਕਿਉਂਕਿ 0 ਡਿਗਰੀ ਦੇ ਉੱਤੇ cot ਤੇ ਕੋਸੀਕੈਂਟ ਇਹ ਦੋਨੋਂ ਹੀ ਅਨੁਪਾਤ ਜਿਹੜੇ ਉਹ ਪਰਿਭਾਸ਼ਿਤ ਨਹੀਂ ਹੁੰਦੇ, ਡਿਫਾਈਨ नहीं होंगे। ठीक है, तो ये साढ़े कोल तीजी त्रिकोणमितीय सर्वसमता है cot स्क्वायर A प्लस 1 इक्वल्स टू कोसीकेंट स्क्वायर A। ਇਹਨੂੰ ਵੀ ਅਸੀਂ ਪਹਿਲੀਆਂ ਸਰਬਸੰਮਤਾਵਾਂ ਦੇ ਵਾਂਗ ਹੀ ਹੋਰ ਰੂਪਾਂ ਦੇ ਵਿੱਚ ਜਿਨ੍ਹਾਂ 'ਚ ਲਿਖ ਸਕਦੇ ਹਾਂ ਉਹ ਆਪਾਂ ਦੇਖਦੇ ਹਾਂ। cot स्क्वायर A प्लस 1 इक्वल्स टू कोसीकेंट स्क्वायर A है, ਇਹਦੇ ਚੋਂ ਅਸੀਂ cot स्क्वायर A ਦੀ ਕੀਮਤ ਜੇਕਰ ਪਤਾ ਕਰੀਏ तो cot स्क्वायर A ਦੀ ਕੀਮਤ ਸਾਡੇ ਕੋਲ ਇਹਦੇ ਵਿੱਚ कोसीकेंट स्क्वायर A -1 ਦੇ ਬਰਾਬਰ ਹੋਏਗੀ, ਜਾਂ ਫਿਰ ਇਹਦੇ ਵਿੱਚ ਅਸੀਂ cot स्क्वायर A ਨੂੰ अगर ਦੂਜੇ ਪਾਸੇ शिफ्ट कर ਦਿੰਦੇ ਹਾਂ ਤਾਂ ਇਹ ਸਾਡੇ ਕੋਲ कोसीकेंट स्क्वायर A माइनस cot स्क्वायर A बराबर 1 ਦੇ ਸਮਾਨ ਬਣ ਜਾਂਦਾ ਹੈ। ठीक है, तो ਇਹ ਸਾਡੇ ਕੋਲ ਤੀਜੀ ਟ੍ਰਿਗਨੋਮੈਟ੍ਰਿਕ ਆਇਡੈਂਟੀਟੀ, ਤੀਜੀ ਸਰਬਸੰਮਤਾ ਦੇ ਰੂਪ ਨੇ। तो ਸਵਾਲ ਦੇ ਅਨੁਸਾਰ ਅਸੀਂ ਜਿਵੇਂ ਦੀ ਸਾਨੂੰ ਲੋੜ ਹੁੰਦੀ ਹੈ ਉਸ ਢੰਗ ਦੇ ਨਾਲ ਅਸੀਂ ਦੀਆਂ ਕੀਮਤਾਂ ਜਿਹੜੀਆਂ ਉਹ ਵਰਤ ਸਕਦੇ ਹਾਂ। ਠੀਕ ਹੈ, तो ਇਸ ਢੰਗ ਦੇ ਨਾਲ ਤੁਸੀਂ ਦੇਖਿਆ ਕਿ ਤਿੰਨੋਂ ਸਰਬਸੰਮਤਾਵਾਂ ਜਿਹੜੀਆਂ ਨੇ ਉਹਨਾਂ ਨੂੰ ਅਸੀਂ ਕਿਵੇਂ ਪਾਇਥਾਗੋਰਸ ਦੇ ਸੂਤਰ ਤੋਂ ਬਣਾ ਸਕਦੇ ਹਾਂ। ठीक है, तो इसी तरह ये साढ़े कोल दूजी सर्बसम्मता जिहड़ी सी 1 जमा tan स्क्वायर A बराबर secant स्क्वायर A, और ये साढ़े कोल पहली सर्बसम्मता sin स्क्वायर A प्लस cos स्क्वायर A बराबर 1। ठीक है, ਸੋ ਇਹ ਜਿਹੜੇ ਤਿੰਨੋਂ ਸਾਡੇ ਕੋਲ ਤਤਸਮਕ ਨੇ ਇਹਨਾਂ ਦੀ ਵਰਤੋਂ ਅਸੀਂ ਸਵਾਲਾਂ ਦੇ ਵਿੱਚ ਕਿਵੇਂ ਕਰਾਂਗੇ, ਆਓ ਅਸੀਂ ਇੱਕ ਸਵਾਲ ਕਰਦੇ ਹਾਂ ਤੇ ਉਹਦੇ ਤੋਂ ਸਮਝਣ ਦਾ ਯਤਨ ਕਰਦੇ ਹਾਂ ਕਿਵੇਂ ਅਸੀਂ ਇਹਨਾਂ ਆਇਡੈਂਟੀਟੀਜ਼ ਨੂੰ ਉਹਦੇ ਵਿੱਚ ਅਸੀਂ ਯੂਜ਼ ਕਰ ਸਕਦੇ ਹਾਂ। ਠੀਕ ਹੈ, ਸੋ ਮੰਨ ਲਓ ਸਵਾਲ ਸਾਡੇ ਕੋਲ ਹੈ ਜੇਕਰ टेंजेंट A बराबर 1 बटा वर्गमूल 3 है
ਤਾਂ ਬਾਕੀ ਦੇ ਤਿਕੋਣਮਿਤੀ ਅਨੁਪਾਤਾਂ ਦਾ ਮੁੱਲ ਪਤਾ ਕਰੋ। ਤਿਕੋਣਮਿਤੀ ਅਨੁਪਾਤਾਂ ਦਾ ਮੁੱਲ ਪਤਾ ਕਰੋ। ठीक है, तो सब तो पहला ਅਸੀਂ देखते हैं ਹੁਣ ਇਹਦੇ ਵਿੱਚ ਜਿਹੜਾ ਸਾਨੂੰ ਦਿੱਤਾ ਹੋਇਆ ਹੈ ਉਹ ਦਿੱਤਾ ਹੋਇਆ ਹੈ tan a ਬਰਾਬਰ 1 ਵਟਾ ਵਰਗਮੂਲ 3। तो ਇਹਦੇ ਵਿੱਚ ਹੁਣ ਅਸੀਂ ਬਾਕੀ ਦੇ ਤਿਕੋਣਮਿਤੀ ਅਨੁਪਾਤਾਂ ਦਾ ਮੁੱਲ ਪਤਾ ਕਰਨਾ ਹੈ, ਭਾਵ sin a ਦੀ ਜਿਹੜੀ ਕੀਮਤ ਹੈ ਉਹ ਕਿੰਨੀ ਹੋਏਗੀ, cos a ਦੀ ਕੀਮਤ ਹੈ ਉਹ ਸਾਡੇ ਕੋਲ ਕਿੰਨੀ ਹੋਏਗੀ, cot a ਦੀ ਕੀਮਤ ਸਾਡੇ ਕੋਲ ਕਿੰਨੀ ਹੋਏਗੀ, secant a ਦੀ ਕੀਮਤ ਸਾਡੇ ਕੋਲ ਕਿੰਨੀ ਹੋਏਗੀ ਤੇ cosecant a ਦੀ ਕੀਮਤ ਜਿਹੜੀ ਉਹ ਸਾਡੇ ਕੋਲ ਕਿੰਨੀ ਹੋਏਗੀ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਇਹਦੇ ਵਿੱਚ ਪਤਾ ਕਰਨੀਆਂ ਨੇ। ਤਾਂ ਇੱਕ ਇੱਕ ਕਰਕੇ ਆਪਾਂ ਕਰਾਂਗੇ ਔਰ ਇਹਦੇ ਵਿੱਚ ਅਸੀਂ ਜਿਹੜੇ ਆਇਡੈਂਟੀਟੀਜ਼ ਅੱਜ ਅਸੀਂ ਪ੍ਰੂਵ ਕੀਤੀਆਂ ਨੇ ਉਹਨਾਂ ਦੀ ਵਰਤੋਂ ਵੀ ਅਸੀਂ ਕਰਾਂਗੇ। ਠੀਕ ਹੈ, तो सब तो पहला ਅਸੀਂ देखते हैं, देखो ਜਿਹੜਾ टेंजेंट है ਸਾਡੇ ਕੋਲ cot ਦਾ ਰੈਸੀਪ੍ਰੋਕਲ ਹੁੰਦਾ ਹੈ, cot ਦਾ ਉਲਟ ਕਰਮ ਹੁੰਦਾ ਹੈ। ਸੋ ਅਗਰ ਅਸੀਂ ਇਹਦੀ ਕੀਮਤ ਨੂੰ ਉਲਟਾ ਦਿੰਨੇ ਤਾਂ ਸਿੱਧਾ ਹੀ ਸਾਡੇ ਕੋਲ ਜਿਹੜੀ ਹੈ ਉਹ cot a ਦੀ ਕੀਮਤ ਜਿਹੜੀ ਪਤਾ ਚੱਲ ਜਾਏਗੀ। तो tan a ਬਰਾਬਰ 1 ਵਟਾ ਵਰਗਮੂਲ 3 ਹੈ ਤਾਂ cot a ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਵਰਗਮੂਲ 3 ਹੋ ਜਾਏਗੀ। तो ਇਹ ਪਹਿਲੀ ਅਸੀਂ ਕੀਮਤ ਜਿਹੜੀ ਪਤਾ ਕਰ ਲਈ। ਠੀਕ ਹੈ, तो ਹੁਣ ਇਹਦੇ ਵਿੱਚ ਅਸੀਂ टेंजेंट ਤੇ ਸੀਕੈਂਟ ਦਾ ਰਿਲੇਸ਼ਨ ਆਪਾਂ ਹੁਣੇ ਇੱਕ ਕਰਕੇ ਆਏ ਹਾਂ ਕਿ ਸੀਕੈਂਟ ਸਕੁਆਇਰ a ਦੀ ਜਿਹੜੀ ਕੀਮਤ ਹੈ ਉਹ 1 ਪਲੱਸ tan ਸਕੁਆਇਰ a ਦੇ ਬਰਾਬਰ ਹੁੰਦੀ ਹੈ। तो ਸੀਕੈਂਟ ਸਕੁਆਇਰ a ਬਰਾਬਰ 1 ਜਮਾ tan ਸਕੁਆਇਰ a, ਠੀਕ ਹੈ, 1 ਪਲੱਸ tan ਸਕੁਆਇਰ a। तो ਇਹਦੇ ਵਿੱਚ tan ਦੀ ਕੀਮਤ ਜਿਹੜੀ ਅਸੀਂ ਫਿਲ ਕਰਾਂਗੇ ਉਹਨੂੰ ਸਿੰਪਲੀਫਾਈ ਕਰਾਂਗੇ ਤਾਂ ਸੀਕੈਂਟ ਦੀ ਕੀਮਤ ਜਿਹੜੀ ਇਥੋਂ ਪਤਾ ਕੀਤੀ ਜਾ ਸਕਦੀ ਹੈ। तो ਸੀਕੈਂਟ ਸਕੁਆਇਰ a ਬਰਾਬਰ 1 ਜਮਾ tan ਦੀ ਕੀਮਤ ਸਾਡੇ ਕੋਲ ਕੀ ਹੈ 1 ਵਟਾ ਵਰਗਮੂਲ 3। तो 1 ਵਟਾ ਵਰਗਮੂਲ 3 ਦਾ ਵਰਗ ਹੋ ਜਾਏਗਾ। तो ਇਹ ਸਾਡੇ ਕੋਲ ਬਣ ਜਾਏਗਾ 1 ਜਮਾ 1 ਵਟਾ 3। ਇਹਨੂੰ ਸਿੰਪਲੀਫਾਈ ਕਰਾਂਗੇ ਤਾਂ ਇਹ ਸਾਡੇ ਕੋਲ 3 ਜਮਾ 1 ਵਟਾ 3 ਬਰਾਬਰ 4 ਵਟਾ 3 ਆ ਜਾਏਗਾ। ਭਾਵ ਕਿ ਜਿਹੜੀ ਸੀਕੈਂਟ ਸਕੁਆਇਰ a ਦੀ ਕੀਮਤ ਹੈ ਇਹ ਸਾਡੇ ਕੋਲ ਹੈ 4 ਵਟਾ 3। ਠੀਕ ਹੈ, तो ਇਹਦੇ ਵਿੱਚੋਂ ਸੀਕੈਂਟ a ਦੀ ਕੀਮਤ ਜੇਕਰ ਅਸੀਂ ਪਤਾ ਕਰਨੀ ਹੋਏ ਤਾਂ ਦੋਨੋਂ ਸਾਈਡ ਅਸੀਂ ਜਿਹੜਾ ਵਰਗਮੂਲ ਹੈ ਉਹ ਕਰ ਲਾਂਗੇ। तो ਇਹ ਸਾਡੇ ਕੋਲ ਵਰਗਮੂਲ 4 ਵਟਾ 3 ਹੋ ਜਾਏਗਾ। ਠੀਕ ਹੈ, ਜਿਹੜਾ ਇੱਕ ਸਾਈਡ ਵਰਗ ਹੁੰਦਾ ਇਹਨੂੰ ਦੂਜੇ ਪਾਸੇ ਲੈ ਕੇ ਜਾਂਦੇ ਆ ਤਾਂ ਉਹ ਸਾਡੇ ਕੋਲ ਵਰਗਮੂਲ ਬਣ ਜਾਂਦਾ ਹੈ। ਸੋ ਇਹਦੇ ਵਿੱਚ 4 ਦਾ ਜਿਹੜਾ ਵਰਗਮੂਲ ਹੈ ਉਹ 2 ਹੋ ਜਾਏਗਾ। ਸੀਕੈਂਟ a ਬਰਾਬਰ 2 ਵਟਾ ਵਰਗਮੂਲ 3। तो ਇਹ ਦੂਸਰਾ ਤਿਕੋਣਮਿਤੀ ਅਨੁਪਾਤ ਹੈ ਜਿਹਦੀ ਕੀਮਤ ਅਸੀਂ ਇਥੋਂ ਪਤਾ ਕਰ ਲਈ ਇਸ ਢੰਗ ਦੇ ਨਾਲ। ਠੀਕ ਹੈ, ਪਹਿਲਾਂ ਇਸ ਤੋਂ cot a ਦੀ ਕੀਮਤ ਲਿਖੀ ਸੀ, ਹੁਣ ਅਸੀਂ ਸੀਕੈਂਟ a ਦੀ ਕੀਮਤ ਲਿਖੀ ਹੈ। ਜਿਹੜਾ ਸੀਕੈਂਟ a ਹੈ ਇਹ ਸਾਡੇ ਕੋਲ cos a ਦਾ ਰੈਸੀਪ੍ਰੋਕਲ ਹੁੰਦਾ ਹੈ, cos a ਦਾ ਉਲਟ ਕਰਮ ਹੁੰਦਾ ਹੈ। तो ਇਹਦੀ ਜੇਕਰ ਕੀਮਤ ਨੂੰ ਅਸੀਂ ਉਲਟਾ ਦੇਾਂਗੇ ਤਾਂ ਸਾਡੇ ਕੋਲ cos a ਦੀ ਕੀਮਤ ਬਣ ਜਾਏਗੀ। ਠੀਕ ਹੈ, तो ਸੀਕੈਂਟ a ਬਰਾਬਰ 2 ਵਟਾ ਵਰਗਮੂਲ 3 ਹੈ ਤਾਂ cos a ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਵਰਗਮੂਲ 3 ਵਟਾ 2 ਹੋ ਜਾਏਗੀ। ठीक है, तो ਇਹ ਤੀਸਰਾ ਅਨੁਪਾਤ ਹੈ ਜਿਹਦੀ ਅਸੀਂ ਕੀਮਤ ਪਤਾ ਕਰ ਲਈ ਇਹਦੇ ਵਿੱਚ। ਠੀਕ ਹੈ, तो ਹੁਣ ਸਾਡੇ ਕੋਲ ਜਿਹੜੇ ਬਚੇ ਨੇ tan ਤੋਂ cot ਦੀ ਕੀਮਤ ਜਿਹੜੀ ਅਸੀਂ ਪਤਾ ਕਰ ਚੁੱਕੇ ਹਾਂ, ਇਸ ਤੋਂ ਬਾਅਦ secant ਦੀ ਕੀਮਤ ਪਤਾ ਕਰ ਚੁੱਕੇ ਹਾਂ ਤੇ cos ਦੀ ਕੀਮਤ ਵੀ ਪਤਾ ਕਰ ਚੁੱਕੇ ਹਾਂ। ਹੁਣ ਸਾਡੇ ਕੋਲ sin ਤੇ cosecant ਜਿਹੜੇ ਦੋ ਰਹਿੰਦੇ ਨੇ ਇਹਨਾਂ ਦੀ ਅਸੀਂ ਕੀਮਤ ਪਤਾ ਕਰਨੀ ਹੈ। ਠੀਕ ਹੈ, तो ਜੇਕਰ ਹੁਣ ਇਹਦੇ ਵਿੱਚੋਂ cot a ਦੀ ਕੀਮਤ ਸਾਡੇ ਕੋਲ ਵਰਗਮੂਲ 3 ਹੈ ਤਾਂ cot ਤੇ cosecant ਦਾ ਜਿਹੜਾ ਰਿਲੇਸ਼ਨ ਹੈ ਉਹ ਅਸੀਂ ਕਰਕੇ ਆਏ ਹਾਂ ਹੁਣੇ ਪਿੱਛੇ ਕਿ 1 ਪਲੱਸ cot ਸਕੁਆਇਰ a ਬਰਾਬਰ ਸਾਡੇ ਕੋਲ cosecant ਸਕੁਆਇਰ a ਦੇ ਹੁੰਦਾ ਹੈ। ਠੀਕ ਹੈ, ਹੁਣ cosecant ਸਕੁਆਇਰ a ਦੀ ਜਿਹੜੀ ਕੀਮਤ ਹੈ ਇਹ ਸਾਡੇ ਕੋਲ 1 ਜਮਾ cot ਸਕੁਆਇਰ a ਦੇ ਬਰਾਬਰ ਹੈ। ਇਹ ਵੀ ਸਾਡੇ ਕੋਲ ਇੱਕ ਤਤਸਮਕ ਹੈ। ਇਸ ਤੋਂ ਪਹਿਲਾਂ ਵੀ ਅਸੀਂ ਜਿਹੜਾ ਤਤਸਮਕ ਇੱਥੇ ਯੂਜ਼ ਕੀਤਾ ਇਹ ਵਾਲਾ, ਇਹ ਵੀ ਸਾਡੇ ਕੋਲ ਇੱਕ ਤਤਸਮਕ ਹੈ। ਠੀਕ ਹੈ, तो ਇਹਦੇ ਵਿੱਚ cot a ਦੀ ਕੀਮਤ ਅਸੀਂ ਭਰ ਦਿਆਂਗੇ। तो ਇਹ ਸਾਡੇ ਕੋਲ ਬਣ ਜਾਏਗਾ 1 ਜਮਾ ਵਰਗਮੂਲ 3 ਦਾ वर्ग। ये वर्ग के वर्गमूल दोनों आपस कटे जाएंगे, साडे कोल 1 जमा 3 बचेगा भाव 4। तो कोसीकेंट ए की जिहड़ी कीमत है
ਕੋਸੀਕੈਂਟ ਸਕੁਆਇਰ a ਦੀ ਸਾਡੇ ਕੋਲ 4 ਦੇ ਬਰਾਬਰ ਆ ਜਾਂਦੀ ਹੈ। ਇਹਦੇ ਤੋਂ ਜੇਕਰ ਅਸੀਂ ਦੋਨੋਂ ਸਾਈਡ ਵਰਗਮੂਲ ਲੈ ਲੈਂਦੇ ਹਾਂ ਤਾਂ ਕੋਸੀਕੈਂਟ a ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ 2 ਆ ਜਾਏਗੀ। ਠੀਕ। ਸੋ ਜੇਕਰ ਕੋਸੀਕੈਂਟ a ਦੀ ਕੀਮਤ ਸਾਡੇ ਕੋਲ 2 ਆਉਂਦੀ ਹੈ ਤਾਂ ਕੋਸੀਕੈਂਟ ਦਾ ਜਿਹੜਾ ਉਲਟ ਕਰਮ ਹੈ ਉਹ ਸਾਡੇ ਕੋਲ ਸਾਈਨ ਦੇ ਬਰਾਬਰ ਹੁੰਦਾ ਹੈ। तो ਇਹਦੇ ਤੋਂ ਜੇਕਰ ਅਸੀਂ ਇਹਦੀ ਕੀਮਤ ਨੂੰ ਉਲਟਾ ਦਿੰਨੇ ਆ ਤਾਂ ਸਾਡੇ ਕੋਲ sin a ਦੀ ਕੀਮਤ ਜਿਹੜੀ ਆ ਉਹ ਬਣ ਜਾਏਗੀ। ਤਾਂ sin a ਬਰਾਬਰ 1/2 ਦੇ ਹੋਏਗਾ। ਠੀਕ ਹੈ, 2 ਦਾ ਉਲਟ ਕਰਮ ਸਾਡੇ ਕੋਲ 1/2 ਹੁੰਦਾ ਹੈ। ਠੀਕ ਹੈ, ਤਾਂ ਇਸ ਢੰਗ ਦੇ ਨਾਲ ਅਸੀਂ sin a ਦੀ cosecant a ਦੀ ਕੀਮਤ ਵੀ ਪਤਾ ਕਰ ਲਈ ਹੈ ਤੇ cos a ਦੀ ਕੀਮਤ secant a ਦੀ ਕੀਮਤ ਵੀ ਪਤਾ ਕੀਤੀ ਹੈ ਤੇ cot a ਦੀ ਕੀਮਤ ਵੀ ਪਤਾ ਕੀਤੀ ਹੈ। ਠੀਕ ਹੈ, ਸਾਨੂੰ ਸਿਰਫ tan a ਦੀ ਕੀਮਤ ਪਤਾ ਸੀ। ਤੋ ਇਸੇ ਢੰਗ ਦੇ ਨਾਲ ਸਾਨੂੰ ਕਿਸੇ ਵੀ ਇੱਕ ਅਨੁਪਾਤ ਦੀ ਕੀਮਤ ਦਿੱਤੀ ਹੋ ਸਕਦੀ ਹੈ ਤੇ ਬਾਕੀ ਦੇ ਅਨੁਪਾਤਾਂ ਦੀ ਕੀਮਤ ਜਿਹੜੀ ਉਹ ਕੱਢਣ ਵਾਸਤੇ ਕਿਹਾ ਜਾ ਸਕਦਾ ਹੈ। ਤੋ ਟ੍ਰਿਗਨੋਮੈਟ੍ਰਿਕ ਆਇਡੈਂਟੀਟੀਜ਼ ਤਿਕੋਣਮਿਤੀ ਤਤਸਮਕ ਜਿਹੜੇ ਨੇ ਉਹਨਾਂ ਦੀ ਵਰਤੋਂ ਕਰਕੇ ਅਸੀਂ ਬੜੀ ਆਸਾਨੀ ਦੇ ਨਾਲ ਬਾਕੀ ਤਿਕੋਣਮਿਤੀ ਅਨੁਪਾਤਾਂ ਦੀ ਕੀਮਤ ਵੀ ਪਤਾ ਕਰ ਸਕਦੇ ਹਾਂ। ਠੀਕ ਹੈ ਵਿਦਿਆਰਥੀਓ, ਸੋ ਮੈਨੂੰ ਪੂਰੀ ਉਮੀਦ ਹੈ ਕਿ ਅੱਜ ਦੇ ਲੈਸਨ ਨੂੰ ਤੁਸੀਂ ਬਹੁਤ ਧਿਆਨ ਦੇ ਨਾਲ ਬੜੇ ਪਿਆਰ ਦੇ ਨਾਲ ਦੇਖਿਆ ਹੋਵੇਗਾ ਤੇ ਸਾਰੀ ਜਾਣਕਾਰੀ ਨੂੰ ਨੋਟ ਵੀ ਕੀਤਾ ਹੋਵੇਗਾ ਤੇ ਇਹਦਾ ਤੁਸੀਂ ਅਭਿਆਸ ਵੀ ਜ਼ਰੂਰ ਕਰਨਾ ਹੈ। ਸਾਰੇ ਦੇ ਸਾਰੇ ਤਤਸਮਕ ਜਿਹੜੇ ਉਹ ਖੁਦ ਵੀ ਬਣਾ ਕੇ ਦੇਖਣੇ ਨੇ ਪਾਇਥਾਗੋਰਸ ਸੂਤਰ ਤੋਂ ਕਿਵੇਂ ਅਸੀਂ ਅੱਜ ਬਣਾਏ ਨੇ। ਠੀਕ ਹੈ, ਕਿਉਂਕਿ ਇਹ ਬਹੁਤ ਇੰਪੋਰਟੈਂਟ ਨੇ ਤਿਕੋਣਮਿਤੀ ਦੇ ਵਿੱਚ ਹਰ ਜਗ੍ਹਾ ਇਹ ਹਾਇਰ ਕਲਾਸਿਸ ਦੇ ਵਿੱਚ ਵੱਡੀਆਂ ਕਲਾਸਿਸ ਦੇ ਵਿੱਚ ਵੀ ਤੁਹਾਡੇ ਕੰਮ ਆਣਗੇ। ਤੇ ਆਉਣ ਵਾਲੀ ਜਿਹੜੀ ਅਭਿਆਸ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਅਭਿਆਸ 8.4 ਦੇ ਜਿਹੜੇ ਸਵਾਲ ਕਰਨੇ ਨੇ ਉਹਨਾਂ ਨੂੰ ਹੱਲ ਕਰਨ ਦੇ ਲਈ ਵੀ ਇਹਨਾਂ ਆਇਡੈਂਟੀਟੀਜ਼ ਦੀ ਵਰਤੋਂ ਅਸੀਂ ਕਰਾਂਗੇ। ਠੀਕ ਹੈ ਵਿਦਿਆਰਥੀਓ, तो ਅੱਜ ਦੇ ਲਈ ਇੰਨਾ ਹੀ। ਫਿਰ ਅਗਲੇ ਲੈਸਨ ਦੇ ਵਿੱਚ ਅਗਲੇ ਸਵਾਲਾਂ ਦੇ ਨਾਲ ਅਗਲੇ ਕਨਸੈਪਟ ਦੇ ਨਾਲ ਆਪਾਂ ਫਿਰ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।